परिवार भी ਵੱਡਿਆ ਗਿਆ ਹਿੱਸਿਆਂ ਦੇ ਵਿੱਚ ਪਤਾ ਨਹੀਂ ਜਿਉਂਦੇ ਹਨ ਜਾਂ ਨਹੀਂ, ਪਰ ਨੀਂਦਰ ਐ ਸੁੱਤੇ ਪਏ ਆ ਵੀ ਜਿਵੇਂ ਕੋਈ ਫਿਕਰ ਹੀ ਨਾ ਹੋਵੇ ਕਿਸੇ ਗੱਲ ਦਾ। ਭਾਈ ਦਇਆ ਸਿੰਘ ਹੈਰਾਨ ਹੋਏ ਤੇ ਸਾਧ ਸੰਗਤ ਸੁਨਸਾਨ ਜੰਗਲ ਦੇ ਵਿੱਚ ਮਰਨ ਪਏ। ਇੱਥੋਂ ਤੱਕ ਵੀ ਲਿਖਾਰੀ ਨੇ ਕਿਸੇ ਨੇ ਲਿਖਿਆ, ਕਹਿੰਦੇ ਮਹਾਰਾਜ ਨੂੰ ਸੁੱਤੇ ਪਿਆ ਨੂੰ ਵੇਖ ਕੇ ਜੰਗਲਾਂ ਦੇ ਪੰਛੀ ਵੀ ਚੁੱਪ ਕਰ ਗਏ ਸਨ, ਆਵਾਜ਼ਾਂ ਨਹੀਂ ਸੀ ਆਉਂਦੀਆਂ। ਉਹ ਵੀ ਬਰਾਗ ਵਿੱਚ ਆ ਗਏ ਸਨ, ਬਰਾਗ ਦੇ ਹੰਝੂ ਗਿਰਦੇ ਪੰਛੀਆਂ ਦੇ ਅੰਦਰ। ਭਾਈ ਦਇਆ ਸਿੰਘ ਸਾਧ ਸੰਗਤ ਮਹਾਰਾਜ ਦਾ ਹਾਲ ਵੇਖ ਕੇ ਭੁੱਬਾ ਮਾਰ ਕੇ ਰੋਏ। ਰੋਣਾ ਇਸੀ ਜੰਗਲਾਂ ਦੇ ਪੰਛੀ ਵੀ ਰੋਏ। ਹਾਲ ਵੇ ਪਿਆਰੇ ਦਾ ਸੰਗਤ ਜੀ ਜੰਗਲਾਂ ਦੇ ਪੰਛੀ ਰੋਂਦੇ। ਹਾਲ ਵੇ ਪਿਆਰੇ ਦਾ ਜੰਗਲਾਂ ਦੇ ਪੰਛੀ ਰੋਂਦੇ। गंगू ब्राह्मण ने जिहड़ा गुरु घर का नमक हरामी सी, नमक खा के हराम किया ते साध संगत पाप कर्म किया तो उहदे पाप दी ते हराम दी कमाई दे विचों साध संगत समय दिया सरकारां ने ते साध संगत नूं इनाम दिते ते साध संगत खुश होया कि मैं ते
नाले ते माता जी का खजाना लुट लिया ते नाले इन्हां नूं फड़ा के मैं सरकार को इनाम प्राप्त कर ले। लोभी ते तृष्णालु पुरुष हुंदा ना जिहड़ा ये कदे रजदा नहीं हुंदा। तृष्णा पत करलियां दी बुझदी है बाणी कहदी है भी तृष्णा करले ही की बुझी है। ये हजारां तो लखां लखां तो करोड़ां तक दी तृष्णा जिहड़ी है बढ़दी जांदी है। माता जी को मोहरा लुट के भी ਇਹਦਾ पेट सबर ना सा सकत रहा, ये बेसबरा हो गया ते लालच करता भी मैं होर इनाम प्राप्त करा। एडी बेसबरी के जाके कोतवाल के कोल शिकायत कर दी भी बाकी गुरु दे बाकी पुत्र ते माता मेरे घर ठहरे हुए मैनू मेरा बनता इनाम दिता जाए। इनाम जिहड़ा रखा हुआ सी कहंदे प्राप्त किया। फिर वो पहली रात धन माता गुजर कौर जी गंगू ब्राह्मण के घर तो फिर मरिंडे कोतवाली दे विच कैद कट्टी ते दूसरे दिन फिर सरहद आए। सरहद फिर 11 पोह की पहली पेशी हुई। बड़े यतन किए गए साहिबजादियां नूं मनाउण दे, और वो सारे यतनां दे विच असफल हो गए। वो लोग साहिबजादियां नूं मना ना सके। उन्हां दा दृढ़ ते पक्का विश्वास, पक्का भरोसा कि मरनी मर जावांगे पर ये नहीं मननी। जाके माता जी नूं एक दिन तक इन्हां ने समा दिता। फिर कचहरी तो खुशी खुशी जा रहे धन माता गुजर कौर जी गए लाला नूं पुछदे पुत्र जी लाल जी सुनाओ की होया अज कचहरी दे विच। बाबा फतेह सिंह जी कहते हस हस के कह रहे मां सानू बड़े यतन किए गए, सानू बड़े लालच दिते गए, सानू डोलियां ते लालच दिते गए, पर तुसीं सानू सिक्ख्या दित्ती है भी दादा जी की चिट्टी पग नूं दाग लग ते लग जाए। माता ने समझाया सी ना साहिबजादियां बच्चों भी जे तुसीं मन गए तुहानूं बड़े यतन किए जाने मनाउण दे, जबरदस्ती होएगी तुहाडे नाल। वेखियो कहते तुहाडे दादा गुरु तेग बहादुर महाराज उन्होंने सीस दिया पर सिर ना दिया। वो कहनी करनी दे विच पूरे सन अगे तुहाडे पिता जी जिहड़े कहनी और करनी दे पूरे है। देखो कहते किसी लालच विच ना आ जाए। साहिबजादियां नूं समझाते माता सारे धारणा विच बोले करी साडी हाजरी लगे। ओ लालो दाग ना किते लग जावे, दादे दी चिट्टी चादर नूं
ਦਾਦੀ ਮਾਂ ਨੇ ਸਮਝਾਇਆ। ਕਹਿੰਦੇ ਬਾਬਾ ਫਤਿਹ ਸਿੰਘ ਮਾਂ ਨੂੰ ਦੱਸਦਾ, ਕਹਿੰਦੇ ਮਾਂ ਅਸੀਂ ਅੱਜ ਤੁਹਾਡੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਖਰੇ ਉਤਰਨ ਦਾ ਯਤਨ ਕੀਤਾ ਹੈ। ਮਾਤਾ ਕਹਿੰਦੀ ਸ਼ਾਬਾਸ਼ ਪੁੱਤਰੋ, ਮੈਨੂੰ ਤੁਹਾਡੇ ਤੇ ਇਹੀ ਉਮੀਦਾਂ ਸਨ, ਮੈਂ ਤੁਹਾਡੇ ਤੋਂ ਇਹੀ ਉਮੀਦਾਂ ਰੱਖਦੀ ਹਾਂ। ਮਾਤਾ ਕਹਿੰਦੀ ਕੀ ਹੋਇਆ ਦੱਸੋ, ਖੁੱਲ ਕੇ ਵਿਚਾਰ ਕੇ ਦੱਸੋ। ਸਾਹਿਬਜ਼ਾਦੇ ਕਹਿੰਦੇ ਮਾਤਾ ਸਾਨੂੰ ਬੜੇ ਲਾਲਚ ਦਿੱਤੇ ਗਏ, ਜਗੀਰਾਂ ਦੇ ਲਾਲਚ ਦਿੱਤੇ ਗਏ, ਡੋਲਿਆਂ ਦੇ ਬੇਗਮਾਂ ਦੇ ਲਾਲਚ, ਰਾਜ ਭਾਗ ਦੇ ਲਾਲਚ। ਕਹਿੰਦੇ ਅਸੀਂ ਸਾਰੇ ਲਾਲਚਾਂ ਨੂੰ ਟਕਰਾ ਕੇ ਬਸ ਇੱਕੋ ਪ੍ਰਣ ਕੀਤਾ ਵੀ ਮਰਨੀ ਮਰ ਜਾਗੇ ਸੁਪਿਆ, ਅਸੀਂ ਆਪਣੇ ਧਰਮ ਤੋਂ ਡੋਲਣਾ ਨਹੀਂ, ਅਸੀਂ ਅਧਰਮੀ ਹੋ ਕੇ ਨਹੀਂ ਮਰਨਾ। ਕਿਹਾ ਸੀ ਨਾ ਸਾਹਿਬਜ਼ਾਦਿਆਂ ਨੇ ਸੂਬੇ ਨੂੰ ਵੀ ਜੇ ਫਰਜ਼ ਕੀਤਾ ਅਸੀਂ ਤੁਹਾਡੀ ਦੀਨ ਮੰਨ ਲਈਏ, ਜੇ ਅਸੀਂ ਮੁਸਲਮਾਨ ਬਣ ਜਾਈਏ ਵੀ ਕੀ ਫਿਰ ਸਾਨੂੰ ਮੌਤ ਨਹੀਂ ਆਵੇਗੀ। ਬੱਚਿਆਂ ਨੇ ਸੂਬੇ ਨੂੰ ਸਵਾਲ ਕੀਤਾ ਵੀ ਅਸੀਂ ਮੰਨ ਲਈਏ ਤੁਹਾਡੀ ਗੱਲ ਵੀ ਮੁਸਲਮਾਨ ਬਣ ਜਾਈਏ, ਫਿਰ ਮੁਸਲਮਾਨ ਬਣ ਕੇ ਸਾਨੂੰ ਮੌਤ ਆਏਗੀ ਕਿ ਨਹੀਂ। ਉਹਦੀ ਨੀਵੀਂ ਪੈ ਗਈ, ਕਿਉਂ ਪਤਾ ਸੀ ਕਿ ਜਿਹੜਾ ਮਨੁੱਖਾ ਜੀ ਦਾ ਜਨਮ ਹੋਇਆ ਉਹਦਾ ਮਰਨ ਅਵਸਥਾ ਕੋਈ ਟਾਲ ਨਹੀਂ ਸਕਦਾ। ਮਰਨ ਲਗਾਈ ਮੰਡਲ ਮੈਂ ਆਏ, ਜਗਤ ਵਿੱਚ ਜਨਮ ਲੈਣ ਤੋਂ ਪਹਿਲਾਂ ਹੀ ਮਰਨਾ ਲਿਖਿਆ ਜਾਂਦਾ ਹੈ। ਇਹਦੇ ਆਪਾਂ ਹੀ ਆ ਜਿਹੜੇ ਸੰਸਾਰ ਨਾਲ ਮੋਹ ਪਾ ਕੇ ਬਹਿ ਜਾਂਦੇ ਨੇ, ਮੋਹ ਦੇ ਬੰਧਨਾਂ ਵਿੱਚ ਸਾਨੂੰ ਬੰਧਿਆ ਹੋਇਆ ਉਸ ਪਰਮਾਤਮਾ ਨੇ। ਪਰਿਵਾਰ ਦਾ ਮੋਹ, ਸੰਸਾਰ ਦਾ ਮੋਹ, ਇਹ ਮੋਹ ਜਿਹੜਾ ਸਾਨੂੰ ਸਾਧ ਸੰਗਤ ਇਹੀ ਡਰਾਈ ਜਾਂਦਾ, ਫਿਰ ਇਸੇ ਕਰਕੇ ਸਾਨੂੰ ਮਰਨ ਤੋਂ ਡਰ ਲੱਗਦਾ ਹੈ। ਆਪਾਂ ਕਹਿੰਦੇ ਵੀ ਜੇ ਮੈਂ ਮਰ ਗਿਆ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦਾ, ਮੇਰੇ ਬੱਚਿਆਂ ਦਾ ਕੀ ਬਣੂ, ਇਹੀ ਫਿਕਰ ਹੁੰਦਾ ਨਾ ਵੀ ਬੱਚਿਆਂ ਦਾ ਕੀ ਬਣੇਗਾ। ਪਰ ਹੁੰਦਾ ਉਹੀ ਹੈ, ਸਾਡੀ ਸੋਚ ਕਰਨ ਦੇ ਨਾਲ, ਸਾਡੀ ਚਿੰਤਾ ਕਰਨ ਦੇ ਨਾਲ ਕੁਝ ਵੀ ਨਹੀਂ ਹੋਣਾ। ਹੋਣਾ ਉਹੀ ਹੈ ਜੋ ਨਿਰੰਕਾਰ ਨੂੰ ਪਾਉਂਦਾ ਹੈ। ਇਹ ਉਹੀ ਜਾਣਦਾ ਕਿ ਉਹਨੇ ਕਿੰਨੀ ਉਮਰ ਸਾਨੂੰ ਸਾਰਿਆਂ ਨੂੰ ਦਿੱਤੀ ਹੈ। ਉਸ ਮਾਲਕ ਨੂੰ ਪਤਾ ਉਹਦੀ ਗਿਣਤੀ ਕਰ ਸਕਦਾ
ਤਾਂ ਆਪਾਂ ਗਿਣਤੀ ਨਹੀਂ ਕਰ ਸਕਦੇ, ਆਪਾਂ ਤੇ ਆਪਣੀ ਗਿਣਤੀ ਨਹੀਂ ਕਰ ਸਕਦੇ, ਹੋਰਾਂ ਦੀ ਕੀ ਕਰਾਂਗੇ। ਉਹਨੇ ਪੂਰੀ ਦੁਨੀਆ ਦੀ, ਪੂਰੀ ਸ੍ਰਿਸ਼ਟੀ ਦੀ ਗਿਣਤੀ ਹੈ। ਤੇ ਸਾਧ ਸੰਗਤ ਮਰਨ ਨੂੰ ਲਗਾਏ ਮੰਡਲ ਮੈਂ ਆਏ, ਕਹਿੰਦੇ ਜਨਮ ਲੈਣ ਤੋਂ ਪਹਿਲਾਂ ਮਰਨਾ ਲਿਖਿਆ ਜਾਂਦਾ ਹੈ। ਇਸ ਕਰਕੇ ਕਹਿੰਦੇ ਚਿੰਤਾ ਨਹੀਂ ਕਰਨੀ ਚਾਹੀਦੀ। ਸਾਹਿਬਜ਼ਾਦਿਆਂ ਨੇ ਜਦੋਂ ਸੂਬੇ ਨੂੰ ਪੁੱਛਿਆ ਤੇ ਸਾਧ ਸੰਗਤ ਨੀਵੀਂ ਪੈ ਗਈ, ਉਹਨੂੰ ਪਤਾ ਸੀ ਵੀ ਮਰਨਾ ਤੇ ਸਾਰਿਆਂ ਨੇ ਹੈ ਇੱਕ ਦਿਨ। ਸੂਬਾ ਕਹਿੰਦਾ ਮੌਤ ਤਾਂ ਆਏਗੀ। ਸਾਹਿਬਜ਼ਾਦੇ ਕਹਿੰਦੇ ਜੇ ਫਿਰ ਵੀ ਮੌਤ ਆਏਗੀ ਫਿਰ ਅਧਰਮੀ ਬਣ ਕੇ ਕਿਉਂ ਮਰੀਏ, ਫਿਰ ਅਸੀਂ ਆਪਣੇ ਧਰਮ ਵਿੱਚ ਰਹਿ ਕੇ ਮਰਾਂਗੇ। ਤਾਈਓ ਤੇ ਕਿਹਾ ਨਾ ਕਬੀਰ ਸਾਹਿਬ ਬਾਣੀ ਦੇ ਵਿੱਚ ਉਚਾਰਨ ਕਰਦੇ ਕਿ ਐਸੀ ਮਰਨੀ ਮਰ ਜਾ ਬਣ ਕੇ ਦੁਆਰਾ ਮਰਨਾ ਨਾ ਪਵੇ। ਕਿਆ ਜਾਣਾ ਕਿ ਮਰਾਂਗੇ ਕੋਈ ਪਤਾ ਨਹੀਂ, ਪਰ ਕਹਿੰਦੇ ਐਸੀ ਕਮਾਈ ਕਰ ਲੈ, ਐਸੀ ਕਿਰਤ ਕਰ ਲੈ, ਐਸੀ ਮਰਨੀ ਮਰ ਜਾ ਮਰਨਾ ਪਵੇ ਨਾ। ਸੂਬਾ ਕਹਿੰਦਾ ਵੀ ਇਹ ਬੱਚੇ ਨੇ ਅਜੇ ਇਹਨਾਂ ਨੂੰ ਪਤਾ ਨਹੀਂ, ਇੱਕ ਦਿਨ ਸੋਚਣ ਨਹੀਂ ਦੇ ਦਿੱਤਾ ਜਾਵੇ। ਮਾਤਾ ਫਿਰ ਕਹਿੰਦੇ ਮੈਨੂੰ ਇੱਕ ਦਿਨ ਹੁਣ ਸੋਚਣ ਦੀ ਮਿਲਿਆ। ਬੱਚਿਓ ਤੁਹਾਨੂੰ ਕੱਲ ਨੂੰ ਫਿਰ ਕਚਹਿਰੀ ਵਿੱਚ ਜਾਂਦਾ ਜਾਣਾ ਹੈ, ਜਾਓ ਆਪਣੀ ਮਾਂ ਨੂੰ ਦਾਦੀ ਮਾਂ ਨੂੰ ਦੱਸ ਦਿਓ, ਸਲਾਹ ਕਰ ਦਿਓ। ਕਹਿੰਦੇ ਸਾਹਿਬਜ਼ਾਦੇ ਫਿਰ ਮਾਤਾ ਜੀ ਨੂੰ ਦੱਸਦੇ ਸਾਰਾ ਹਾਲ। 2 ਦਿਨ ਦੀ ਕਚਹਿਰੀ ਹੋਈ, ਦੂਸਰੇ ਦਿਨ ਵੀ ਨਾ ਮੰਨੇ, ਬੜੇ ਯਤਨ ਕੀਤੇ, ਆਖਰਕਾਰ ਮੈਨੂੰ ਕਹਿੰਦੇ ਫੈਸਲਾ ਲੈਣਾ ਪਿਆ
ਕੀ ਫੈਸਲਾ ਲਿਆ ਵੀ ਇਹਨਾਂ ਨੂੰ ਜਿੰਦਾ ਜੀ ਨੀਹਾਂ ਵਿੱਚ ਚਿਣਨ ਦਾ ਫਤਵਾ ਜਾਰੀ ਕਰ ਦਿੱਤਾ। ਉਧਰ ਫਤਵਾ ਜਾਰੀ ਹੁੰਦਾ ਹੈ ਤੇ ਇਧਰ ਸਾਹਿਬਜ਼ਾਦੇ ਖੁਸ਼ੀ ਦੇ ਜਕਾਰੇ ਛੱਡ ਦਿੱਤੇ। ਉਹ ਹੈਰਾਨ ਹੋਇਆ ਸੁਭਾ ਵੀ ਇਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਇਹ ਮੌਤ ਦਾ ਨਾਮ ਫਤਵਾ ਸੁਣ ਕੇ ਇਹ ਡਰਨ ਦੀ ਬਜਾਏ ਜਕਾਰੇ ਛੱਡਦੇ ਤੇ ਸਾਧ ਸੰਗਤ ਫਿਰ ਦੂਸਰੇ ਦਿਨ ਦੀ ਕਚਹਿਰੀ ਤੋਂ ਕਦੇ ਫਤਵਾ ਜਾਰੀ ਹੋਣ ਤੋਂ ਬਾਅਦ ਸਾਹਿਬਜ਼ਾਦੇ ਮਾਤਾ ਕੋਲ ਜਾਂਦੇ। ਮਾਤਾ ਜੀ ਫਿਰ ਪੁੱਛਦੇ ਰਾਜ ਜੀ ਕੀ ਹੋਇਆ? ਫਤਿਹ ਸਿੰਘ ਕਹਿੰਦਾ ਮਾਂ ਸਾਨੂੰ ਜਿੰਦਾ ਜੀ ਨੀਹਾਂ ਵਿੱਚ ਚਿਣਨ ਦਾ ਫਤਵਾ ਜਾਰੀ ਹੋ ਗਿਆ। ਅੱਜ ਦੀ ਰਾਤ ਦਾ ਤੇਰੇ ਕੋਲ ਅੱਜ ਤੋਂ ਬਾਅਦ ਨਹੀਂ ਮਿਲਾਂਗੇ। ਮਾਤਾ ਦੀਆਂ ਅੱਖਾਂ ਭਰ ਆਈਆਂ। ਪਿਆਰ ਬਹੁਤ ਕਰਦੇ ਸਨ, ਬੜਾ ਪਿਆਰ ਸੀ। ਛੋਟੇ ਛੋਟੇ ਸਨ ਜਦੋਂ ਇਹਨਾਂ ਦੀ ਮਾਤਾ ਜੀਤਾ ਦੀ ਝੋਲੀ ਵਿੱਚ ਪਾ ਕੇ ਸੱਚਖੰਡ ਚਲੇ ਗਏ ਸੀ। ਕਹਿ ਕੇ ਗਏ ਸੀ ਮਾਤਾ ਜੀ ਇਹਨਾਂ ਦਾ ਧਿਆਨ ਰੱਖਿਓ। ਹੁਣ ਤੱਕ ਬੜਾ ਧਿਆਨ ਰੱਖਿਆ ਧੰਨ ਮਾਤਾ ਕੌਰ ਜੀ ਨੇ। ਅੱਜ ਪਤਾ ਹੈ ਵੀ ਇਹਨਾਂ ਜ਼ਾਲਮਾਂ ਨੇ ਪਾਪ ਕਰਨ ਤੋਂ ਹਟਣਾ ਨਹੀਂ, ਇਹ ਹਟਣ ਵਾਲੇ ਨਹੀਂ। ਜੇ ਹੁਣ ਇਹਨਾਂ ਨੇ ਫਤਵਾ ਜਾਰੀ ਕਰ ਦਿੱਤਾ, ਇਹ ਫਤਵਾ ਲਾ ਕੇ ਹਟਣਗੇ। ਧੰਨ ਮਾਤਾ ਗੁਜਰ ਕੌਰ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਗੋਦ ਵਿੱਚ ਲਿਆ, ਪਿਆਰ ਦਿੱਤਾ ਔਰ ਸਾਰੀ ਰਾਤ ਧੰਨ ਮਾਤਾ ਗੁਜਰ ਕੌਰ ਜੀ ਕਦੇ ਅਨੰਦਪੁਰ ਦਾ ਕਿਲਾ ਛੱਡਿਆ, ਧਿਆਨ ਮਾਰਦੇ ਆ। ਪਰਿਵਾਰ ਵਿਛੋੜੇ ਵੱਲ ਧਿਆਨ ਮਾਰਦੇ ਆ। ਜਿਗਰਾ ਬਹੁਤ ਸੀ ਮਾਤਾ ਗੁਜਰ ਕੌਰ ਜੀ ਦਾ। ਸਾਰਾ ਪਰਿਵਾਰ ਵਿਛੜ ਚੁੱਕਿਆ ਸੀ, ਕੋਲੋਂ ਕੋਈ ਪਤਾ ਨਹੀਂ ਕਿੱਧਰ ਨੂੰ ਚਲੇ ਗਏ। ਵੱਡਿਆਂ ਦਾ ਕੀ ਹਾਲ ਹੈ ਕੋਈ ਪਤਾ ਨਹੀਂ, ਪਰ ਫਿਰ ਵੀ ਜਿਗਰਾ ਕਰਕੇ ਆਪਣੇ ਬੱਚਿਆਂ ਨੂੰ ਲਈ ਜਾਂਦੇ। ਕੋਰਾ ਤੇ ਠੱਕਾ ਵਗਦਾ ਨਿੱਘ ਦਿੱਤਾ ਮਾਂ ਨੇ ਗੋਦ ਦਾ। ਇੱਕ ਉਧਰਲੇ ਪਾਸੇ ਬੈਠਾ ਸਾਹਿਬਜ਼ਾਦਾ, ਦੂਸਰਾ ਉਧਰਲੇ ਪਾਸੇ ਬੈਠਾ ਹੈ। ਕਦੇ ਵੱਡਿਆਂ ਨੂੰ ਯਾਦ ਕਰ ਲੈਂਦੇ, ਮਾਂ ਵੱਡੇ ਵੀਰੇ ਨਹੀਂ ਮਿਲੇ, ਹੁਣ ਕਦੋਂ ਮਿਲਣਗੇ? ਮਾਂ ਨੇ ਦਲਾਸੇ ਦੇਣੇ, ਪੁੱਤਰ ਹੀ ਲਾਲ ਦੀ ਕੋਈ ਗੱਲ ਨਹੀਂ, ਕਰਤਾਰ ਕਿਰਪਾ ਕਰੇਗਾ, ਭਲੀ ਕਰੇਗਾ। ਸਾਰੀ ਰਾਤ ਮਾਤਾ ਨੇ ਆਪਣੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਲੰਘਾਈ। ਅੰਮ੍ਰਿਤ ਵੇਲਾ ਹੋਇਆ, ਉੱਠੇ, ਆਪਣੇ ਬੱਚਿਆਂ ਨੂੰ ਤਿਆਰ ਕੀਤਾ, ਬਾਣੀ ਪੜ੍ਹਦੇ ਤੇ ਸਾਧ ਸੰਗਤ ਨਾਲ ਤੇ ਉਠਾ ਰਹੇ ਆ ਤੇ ਨਾਲੇ ਕਹਿ ਰਹੇ ਆ, ਉੱਠੋ ਮੇਰੇ ਲਾਲ ਦੇ ਲਾਲ ਬੋਲਿਓ, ਕਾਇਮ ਕਰੋ ਜਗਤ ਦੇ ਵਸਾਲ ਬੋਲਿਓ। ਇਹ ਮੇਰੇ ਲਾਲ ਦੇ ਪਿਆਰੇ ਲਾਲੋ ਪੁੱਤਰੋ, ਉਠੋ, ਅੱਜ ਦੁਨੀਆ ਤੇ ਮਿਸਾਲ ਕਾਇਮ ਕਰਨ ਦਾ ਸਮਾਂ ਆ ਗਿਆ। ਨਾਲ ਤੇ ਮਾਤਾ ਉਠਾ ਰਹੇ ਤੇ ਨਾਲੇ ਆਪਣੇ ਪਿਆਰੇ ਸਪੁੱਤਰ ਧੰਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਹੈ ਤੇ ਨਾਲੇ ਆਪਣੀ ਨੂੰਹ ਰਾਣੀ ਜੀਤਾ ਜੀ ਨੂੰ ਯਾਦ ਕਰਦੇ, ਨਾਲੇ ਫਿਰ ਹੌਲੀ ਹੌਲੀ ਉਠਾਉਂਦੇ ਕਿਤੇ ਠੰਡ ਬੜੀ ਸੀ ਤੇ ਸਾਧ ਸੰਗਤ ਮਾਤਾ ਗੁਜਰ ਕੌਰ ਜੀ ਜਿਗਰਾ ਕਰਕੇ ਫਿਰ ਬਿਠਾਉਣ ਲੱਗੇ। ਉੱਠੋ ਮੇਰੇ ਲਾਲ ਤੇ ਉਹ ਲਾਲ
ਮਾਤਾ ਗੁਜਰ ਕੌਰ ਜੀ ਦੇ ਪੁੱਛਾਏ ਤੇ ਸਾਧ ਸੰਗਤ ਫਿਰ ਤਿਆਰੀਆਂ ਕੀਤੀਆਂ। ਅੱਜ ਉਡੀਕ ਦੀ ਹੈ ਮਾਂ, ਅੱਗੇ ਤੇ ਸਿਪਾਹੀ ਲੈਣ ਵਾਸਤੇ ਆ ਜਾਂਦੇ ਸਨ। ਅੱਜ ਤਿਆਰੀ ਕਰਕੇ ਸਾਧ ਸੰਗਤ ਜੀ ਪਹਿਲਾਂ ਉਡੀਕਦੇ ਸਾਹਿਬਜ਼ਾਦੇ ਤਿਆਰ ਨੇ। ਲਾੜੀ ਬਹੁਤ ਨੂੰ ਵਿਆਹਣ ਦੇ ਲਈ ਸਾਹਿਬਜ਼ਾਦਿਆਂ ਨੂੰ ਧੰਨ ਮਾਤਾ ਗੁਜਰ ਕੌਰ ਜੀ ਨੇ ਤਿਆਰ ਕੀਤਾ ਪਿਆ। ਉਡੀਕ ਰਹੇ ਸਿਪਾਹੀ ਆਏ ਤੇ ਸਾਧ ਸੰਗਤ ਮਾਤਾ ਗੁਜਰ ਕੌਰ ਜੀ ਕੋਲ ਫਿਰ ਸਾਹਿਬਜ਼ਾਦਿਆਂ ਨੂੰ ਸਦਾ ਲਈ ਵਿਛੋੜ ਕੇ ਲੈ ਜਾਂਦੇ ਸਰੀਰਾਂ ਕਰਕੇ। ਵਿਦਾਈ ਦਿੱਤੀ ਮਾਂ ਨੇ, ਜਿਹੜੀ ਮਾਂ ਇੱਕ ਮਿੰਟ ਨਹੀਂ ਸੀ ਸਾਰਦੀ। ਅੱਜ ਪਤਾ ਹੈ ਕਿ ਇਹਨਾਂ ਨੇ ਮੁੜ ਕੇ ਹੁਣ ਸਰੀਰਾਂ ਕਰਕੇ ਮੇਰੇ ਕੋਲ ਨਹੀਂ ਆਉਣਾ। ਧੰਨ ਮਾਤਾ ਗੁਜਰ ਕੌਰ ਜੀ ਦਾ ਜਿਗਰਾ ਤੇ ਸਾਧ ਸੰਗਤ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਵੇਂ ਕਲਗੀਆਂ ਵਾਲੇ ਨੇ ਗੜੀ ਚਮਕੌਰ ਦੇ ਵਿੱਚੋਂ ਸ਼ਹੀਦੀਆਂ ਦੇ ਜਾਮ ਪੀਣ ਲਈ ਭੇਜਿਆ। ਅੱਜ ਧੰਨ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਦੀਆਂ ਨੀਹਾਂ ਪਰਪੱਕ ਕਰਦੇ ਲਈ ਸਾਧ ਸੰਗਤ ਵਿਦਾ ਕਰ ਰਹੇ ਹੈ ਔਰ ਸ਼ੁਕਰ ਕਰ ਰਹੇ ਉਸ ਮਾਲਕ ਦਾ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਖਿਆ ਸੀ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਅਕਾਲ ਪੁਰਖ ਪਰਮਾਤਮਾ ਦਾ ਕੀਤਾ ਹੋਇਆ ਗੁਰੂ ਸਾਹਿਬਾਨਾਂ ਨੇ ਵੀ ਮਿੱਠਾ ਕਰਕੇ ਮੰਨਿਆ ਤੇ ਅੱਜ ਮਾਤਾ ਗੁਜਰ ਕੌਰ ਵੀ ਮਿੱਠਾ ਮਿੱਠਾ ਕਰਕੇ ਮੰਨ ਰਹੇ ਹੈ। ਸਾਹਿਬਜ਼ਾਦੇ ਕਚਹਿਰੀ ਵਿੱਚ ਸਾਧ ਸੰਗਤ ਜੋ ਫਤਵਾ ਜਾਰੀ ਹੋਇਆ ਸੀ ਉਸ ਫਤਵੇ ਮੁਤਾਬਕ ਉਸ ਜਗ੍ਹਾ ਤੇ ਲਿਜਾਇਆ ਜਾਂਦਾ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਿਆ ਜਾਣਾ ਸੀ। ਸਾਰੀ ਤਿਆਰੀ ਕੀਤੀ ਹੋਈ ਹੈ। ਸਮਾਣੇ ਦੇ 2 ਜਲਾਦ ਜਿਨ੍ਹਾਂ ਨੇ ਸ਼ਰਤ ਰੱਖੀ ਸੀ ਕਿ ਸਾਡੇ ਕੇਸ, ਸਾਡੇ ਜਿਹੜੇ ਕੇਸ ਪਾਏ ਹੋਏ ਸਾਡੇ ਸਿਰਾਂ ਤੇ ਉਹ ਖਤਮ ਕਰ ਦਿੱਤੇ ਜਾਣ, ਖਾਰਜ ਕਰ ਦਿੱਤੇ ਜਾਣ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਕੰਮ ਅਸੀਂ ਕਰ ਦਿਆਂਗੇ। ਤੇ ਸਾਧ ਸੰਗਤ ਫਿਰ ਉਸ ਸਮੇਂ ਦੇ ਸੂਬੇ ਨੇ ਉਹਨਾਂ ਦੇ ਸਾਰੇ ਕੇਸਾਂ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਤੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਉਹਨਾਂ ਨੇ ਸਾਧ ਸੰਗਤ ਆਰੰਭ ਕੀਤਾ ਕਰਮ। ਇਹ ਮਾੜੇ ਕਰਮ ਦੀ ਸਾਧ ਸੰਗਤ ਸ਼ੁਰੂਆਤ ਉਹਨਾਂ ਸਮਾਣੇ ਦੇ 2 ਜਲਾਦਾਂ ਨੇ ਕੀਤੀ। ਤੇ ਸਾਧ ਸੰਗਤ ਜੀ ਨਾਲੇ ਤੇ ਨੀਹਾਂ ਵਿੱਚ ਚਿਣੇ ਜਾ ਰਹੇ ਤੇ ਨਾਲੇ ਫਿਰ ਪੁੱਛਦੇ, ਬੱਚਿਓ ਅਜੇ ਤੁਹਾਡੇ ਕੋਲ ਅਜੇ ਵੀ ਸਮਾਂ ਮੰਨ ਜਾਓ। ਪਰ ਉਹ ਫਿਰ ਵੀ ਇਰਾਦੇ ਦੇ ਨਾਲ ਕਹਿੰਦੇ ਰਹੇ, ਮਰ ਨਹੀਂ ਮਰ ਜਾਵਾਂਗੇ ਪਰ ਧਰਮ ਨਹੀਂ ਛੱਡਣਾ। ਸਾਨੂੰ ਜਾਣ ਦੇ ਨਾਲ ਧਰਮ ਪਿਆਰਾ ਹੈ। ਫਿਰ ਸਾਧ ਸੰਗਤ ਉਹਨਾਂ ਸਮੇਂ ਦੇ ਜ਼ਾਲਮਾਂ ਨੇ
ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜੋ ਫਤਵਾ ਜਾਰੀ ਕੀਤਾ ਹੋਇਆ ਸੀ, ਉਹ ਫਤਵਾ ਸਾਧ ਸੰਗਤ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਲਾਇਆ। ਇੱਥੇ ਹੀ ਵਸ ਨਹੀਂ ਕੀਤਾ। ਜਦੋਂ ਉਹ ਬੇਹੋਸ਼ ਹੋ ਕੇ ਡਿੱਗ ਜਾਂਦੇ ਹੈ, ਕਹਿੰਦੇ ਫਿਰ ਸਾਰਾ ਹੋਇਆ ਸੀ ਵੀ ਇਹਨਾਂ ਦੀ ਸਾਹ ਰਗ ਬਦਲਦੀ ਜਾਏ। ਫਿਰ ਸਾਹਿਬਜ਼ਾਦਿਆਂ ਦੀ ਸਾਹ ਰਗ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸਾਹਿਬਜ਼ਾਦਿਆਂ ਦੀਆਂ ਆਵਾਜ਼ਾਂ ਅੱਜ ਵੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਆ ਰਹੀਆਂ। ਸਾਹਿਬਜ਼ਾਦੇ ਕਹਿੰਦੇ ਮਰਨਾ ਤੇ ਸਾਰਿਆਂ ਨੇ, ਪਰ ਅਧਰਮੀ ਹੋ ਕੇ ਨਾ ਮਰਿਓ, ਧਰਮ ਦੇ ਵਿੱਚ ਪਰਪੱਕ ਕਰਿਓ, ਸਿਰ ਦੇ ਦਿਓ ਪਰ ਧਰਮ ਨਾ ਛੱਡਿਓ। ਆਓ ਇਹ ਧਾਰਨਾ ਪੜ੍ਹ ਕੇ ਫਿਰ ਆਪਾਂ ਸਮਾਪਤੀ ਵੱਲ ਜਾਈਏ। ਉਹ ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲ Thank you.